सत श्री अकाल जी। द खालस टीवी देखने वाले देश दुनिया के साडे सारे दर्शकों का बहुत बहुत स्वागत है। मंगलवार के एमरजेंसी बुलेटिन के नाल मैं हरशरण कौर। बुलेटिन दे विच सब तो पहला असीं तुहानूं गुरु नानक साहिब पातशाह दे प्रकाश दिहाड़े दीआं मुड़ तो वधाइयां दिंदे हां। गुरु नानक साहिब महाराज दा प्रकाश दिहाड़ा पूरी दुनिया दे विच बड़ी ही शरधा ते उत्साह दे नाल मनाया गया है। वख-वख थावां दीआं तस्वीरां तुहानूं दिखावांगे, पर सब तो पहला जरूर गुरु नानक साहिब दा एक सुनेहा, एक नहीं कई सुनेहे ने ਜਿਹੜੇ ਤੁਹਾਨੂੰ ਦੇਣਾ ਚਾਹੁੰਦੇ ਹਾਂ ਤੇ ਆਪਣੇ ਆਪ ਤੇ ਵੀ ਲੈਣਾ ਚਾਹੁੰਦੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਕਿਸੇ ਇੱਕ ਧਰਮ, ਇੱਕ ਜਾਤ, ਇੱਕ ਮਜ਼ਹਬ ਦੇ ਲੋਕਾਂ ਤੱਕ ਸੀਮਿਤ ਨਹੀਂ ਸਨ। ਉਹਨਾਂ ਨੇ ਸਮੁੱਚੀ ਲੋਕਾਈ ਨੂੰ ਸਿੱਖਿਆਵਾਂ ਦਿੱਤੀਆਂ ਸਨ। ਕੁਝ ਗੱਲਾਂ ਨੇ, ਕੁਝ ਉਹਨਾਂ ਦੇ ਉਪਦੇਸ਼ ਨੇ ਜਿਹੜੇ ਆਪਾਂ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ। गुरु नानक साहब दियां कुछ सिक्ख्यावां, किरत करो, नाम जपो, वंड छको। किरत करो यानी कि हत्थी काम करो। वेलड़ बैठण नूं, वेलड़ा नूं गुरु साहिब ने नखिद्ध दस्सिया है कि वेले बैठ के तुसी ना ही तां इस दुनिया दे विच कोई सत्कार हासिल कर सकदे हो, ना ही रब दे दरगाह दे विच तुसी प्रवान हुंदे हो। किरत करना, फिर नाम भी जपना। किरत सब तो पहलां दसी है, नाम जपो, वंड के छको। जो भी तुहाडी किरत कमाई दा हिस्सा हुंदा है ਉਹਦੇ ਵਿੱਚ ਤੁਸੀਂ ਵੰਡ ਕੇ ਸਾਰਿਆਂ ਦੇ ਨਾਲ ਛਕਣਾ ਹੈ। ਨਹੀਂ ਕਿ 100 ਦਾ 100% ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਸਾਰੇ ਹੀ ਛਕ ਜਾਓ। ਦਸਵੰਧ ਦਾ ਵੀ ਇੱਕ ਸਿਧਾਂਤ ਹੈ ਸਿੱਖ ਕੌਮ ਦੇ ਵਿੱਚ ਕਿ ਜਿੰਨੀ ਤੁਸੀਂ ਕਮਾਈ ਕਰਦੇ ਹੋ, ਚਾਹੇ ਤੁਸੀਂ 1000 ਰੁਪਇਆ ਕਮਾਉਂਦੇ ਹੋ, ਉਹਦੇ ਵਿੱਚ 10ਵਾਂ ਦਸੌਂਧ ਤੁਸੀਂ ਕੱਢੋਗੇ ਤਾਂ ਦੇਖਿਓ ਕਿੰਨੀ ਬਰਕਤ ਹੁੰਦੀ ਹੈ। ਸਰਬੱਤ ਦਾ ਭਲਾ ਕਰਨਾ, ਉਹੀ ਕਿ ਹਰ ਕਿਸੇ ਦਾ ਭਲਾ ਕਰਨਾ। ਸਿੱਖ ਦੀ ਅਰਦਾਸ ਦੇ ਵਿੱਚ ਰੋਜ਼ਾਨਾ ਸਰਬੱਤ ਦਾ ਭਲਾ ਜਿਹੜਾ ਉਹ ਮੰਗਿਆ ਜਾਂਦਾ ਹੈ। ਹਰ ਕਿਸੇ ਦਾ ਭਲਾ ਹੋਵੇ, ਜਿਹਦੇ ਵਿੱਚ ਸਾਰੀ ਦੁਨੀਆ ਆ ਜਾਂਦੀ ਹੈ। ਬਿਨਾਂ ਕਿਸੇ ਭੈ ਦੇ ਸੱਚ ਬੋਲਣਾ, ਬਿਨਾਂ ਕਿਸੇ ਡਰ ਦੇ ਸੱਚ ਬੋਲਣਾ। ਗੁਰੂ ਸਾਹਿਬ ਨੇ ਸਮੇਂ ਦੇ ਜਿਹੜੇ ਬਾਦਸ਼ਾਹ ਸੀਗੇ, ਜਿਹੜੇ ਤਾਨਾਸ਼ਾਹ ਸੀਗੇ, ਉਹਨਾਂ ਨੂੰ ਲਲਕਾਰਿਆ ਸੀਗਾ। ਉਹਨਾਂ ਦੇ ਲਈ ਤਿੱਖੇ ਤੇ ਸਿੱਧੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸੋ ਸਾਡੇ ਲਈ ਵੀ ਅੱਜ ਦਾ ਸਮਾਂ ਵੀ ਅਜਿਹਾ ਹੈ ਜਦੋਂ ਤਾਨਾਸ਼ਾਹ ਸਰਕਾਰਾਂ ਹੋ ਗਈਆਂ ਨੇ, ਲੋਕਾਂ ਨੂੰ ਦਬਾਉਣ ਲੱਗ ਪਈਆਂ ਨੇ, ਲੋਕਾਂ ਦੇ ਹੱਕ ਮਰਦੇ ਜਾ ਰਹੇ ਨੇ। ਅਜਿਹੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਜ਼ਰੂਰ ਚੱਲਣ ਦੀ ਲੋੜ ਹੈ। ਜਾਤ ਪਾਤ ਨਹੀਂ ਮੰਨਣੀ, ਸਾਰੇ ਬਰਾਬਰ ਨੇ। ਬਰਾਬਰਤਾ ਦਾ, ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਵਹਿਮ ਭਰਮ ਨਹੀਂ ਕਰਨੇ। ਇਹ ਬਰਾਬਰਤਾ ਦੇ ਵਿੱਚ ਇਸਤਰੀ ਪੁਰਸ਼ ਦੀ ਬਰਾਬਰਤਾ, ਹਰ ਇੱਕ ਜਾਤ ਦੇ ਇਨਸਾਨ ਦੀ ਬਰਾਬਰਤਾ। ਸੋ ਬਹੁਤ ਸਾਰੀਆਂ ਸਿੱਖਿਆਵਾਂ ਨੇ, ਜੇ ਆਪਾਂ ਪੜ੍ਹਦੇ ਜਾਵਾਂਗੇ ਤਾਂ ਸ਼ਾਇਦ ਪੂਰੀ ਜ਼ਿੰਦਗੀ ਲੰਘ ਜਾਊਗੀ। ਸੋ ਇਹ ਬਹੁਤ ਹੀ ਥੋੜਾ ਬਰੀਫ ਦੇ ਵਿੱਚ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਸੰਖੇਪ ਰੂਪ ਦੇ ਵਿੱਚ, ਕਿ ਜੇ ਇਹਨਾਂ ਨੂੰ ਹੀ ਆਪਾਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਜ਼ਿੰਦਗੀ ਬਹੁਤ ਸੌਖੀ ਬਣ ਸਕਦੀ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਰਾਏ ਭੋਏ ਦੀ ਤਲਵੰਡੀ ਜਿਹੜੀ ਅੱਜ ਕੱਲ੍ਹ ਨਨਕਾਣਾ ਸਾਹਿਬ ਕਹਾਉਂਦੀ ਹੈ, ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ, ਉੱਥੇ ਸਿੱਖ ਸੰਗਤ ਦਾ ਵੀ ਇੱਕ ਵੱਡਾ ਜਥਾ ਗਿਆ ਹੋਇਆ। ਸਿੱਖ ਸ਼ਰਧਾਲੂਆਂ ਦੇ ਜਥੇ ਦਾ ਪਾਕਿਸਤਾਨ ਦੇ ਵਿੱਚ ਨਿੱਘਾ ਸਵਾਗਤ ਵੀ ਕੀਤਾ ਗਿਆ ਅਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਹਾਜ਼ਰੀ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਸੀ। SGPC ਦੇ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਫਿਰ ਪੂਰਾ ਦਿਨ ਕੀਰਤਨ ਪ੍ਰਵਾਹ ਚੱਲਿਆ ਹੈ। ਇਸ ਮੌਕੇ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਦੁਹਰਾਇਆ। ਅੱਜ ਫਿਰ ਲੋੜ ਆ ਉਹਨਾਂ ਸਤਿਗੁਰੂ ਜੀ ਦੇ ਪਵਿੱਤਰ ਸਿਧਾਂਤਾਂ ਨੂੰ ਅਪਣਾਉਣ ਦੀ। ਅੱਜ ਬਹੁਤ ਗਿਣਤੀ ਜਿਹੜੀ ਇਸ ਧਰਤੀ ਤੇ ਰਹਿਣ ਵਾਲੀ ਆ, ਉਹ ਫਿਰ ਲੋਕਾਂ ਨੂੰ ਵੱਖ-ਵੱਖ ਵਰਗਾਂ ਦੇ ਵਿੱਚ, ਜਾਤਾਂ ਤੇ ਵਰਨਾਂ ਦੇ ਵਿੱਚ, ਛੂਆ-ਛਾਤ ਦੇ ਵਿੱਚ ਵੰਡ ਰਹੀ ਆ। ਇਹ ਗੁਰੂ ਨਾਨਕ ਦੇ ਪਾਤਸ਼ਾਹ ਦਾ ਪਵਿੱਤਰ ਘਰ ਆ। ਅੱਜ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਖੜੇ ਆ, ਇੱਥੇ ਕੋਈ ਵਿਤਕਰਾ ਨਹੀਂ। ਕੋਈ ਆਵੇ, ਕੋਈ ਇਸ਼ਨਾਨ ਕਰੇ, ਕੋਈ ਨਾਮਸਕਾਰ ਕਰੇ, ਕੋਈ ਕੀਰਤਨ ਸੁਣੇ, ਕੋਈ ਜਾ ਕੇ ਲੰਗਰ ਛਕੇ। ਇਹ ਅਦੁੱਤੀ ਪੈੜਾਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਸੀ। ਆਓ ਸਾਰੇ ਆਪਾਂ ਸੰਕਲਪ ਵੀ ਕਰੀਏ। ਗੁਰੂ ਦਸਮ ਪਾਤਸ਼ਾਹ ਜੀ ਦਾ ਉਹ ਪਵਿੱਤਰ ਕਥਨ, ਪੀਵੋ ਪਹਲ ਖੰਡੇ ਧਾਰ ਹੋਏ ਜਨਮ ਸਹੇਲਾ। ਇਹ ਜਨਮ ਤਾਈਓ ਸਹੇਲਾ ਹੋਣਾ। ਗੁਰੂ ਦੇ ਲੜ ਲੱਗਾਂਗੇ, ਪਵਿੱਤਰ ਗੁਰਬਾਣੀ ਨੂੰ ਆਪਣੇ ਪਿੰਡੇ ਤੇ ਹੰਡਾਵਾਂਗੇ
ਤਾਂ ਹੀ ਅੰਦਰਲੀ ਅਗਿਆਨਤਾ ਜਿਹੜੀ ਹੈ ਦੂਰ ਹੋਣੀ ਆ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਅਲੌਕਿਕ ਜਲੌ ਵੀ ਸਜਾਏ ਗਏ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹੋਰ ਗੁਰਧਾਮਾਂ ਤੇ ਦੀਪਮਾਲਾ ਵੀ ਕੀਤੀ ਗਈ। ਗੁਰੂ ਨਾਨਕ ਸਾਹਿਬ ਦਾ ਇਸ ਵਾਰੀ 553ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵੱਡੇ ਸਮਾਗਮ ਕੀਤੇ ਗਏ ਸੀ। ਕੇਂਦਰ ਸਰਕਾਰ ਦੇ ਵੱਲੋਂ ਵੀ ਪ੍ਰਬੰਧ ਕੀਤੇ ਗਏ ਸੀ। ਉਸ ਵਕਤ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਊਗੀ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਪਰ ਉਹ ਐਲਾਨ ਹਜੇ ਤੱਕ ਅਧੂਰਾ ਹੈ। ਖੈਰ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਇਤਿਹਾਸਿਕ ਨਗਰੀ, ਜਿੱਥੇ ਗੁਰੂ ਸਾਹਿਬ ਕਾਫੀ ਲੰਬਾ ਸਮਾਂ ਰਹਿੰਦੇ ਰਹੇ ਨੇ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ, ਮੋਦੀ ਖਾਨੇ ਦੇ ਵਿੱਚ ਉਹ ਕੰਮ ਕਰਿਆ ਕਰਦੇ ਸੀ, 13 ਤੋਲਦੇ ਸੀ। ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਅਲੌਕਿਕ ਦੀਪਮਾਲਾ ਕੀਤੀ ਗਈ, ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ। ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ, ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਅਤੇ ਅਰਦਾਸਾਂ ਕੀਤੀਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਨੇ ਸੰਗਤਾਂ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਅੰਤਰ ਧਰਮ ਸੰਵਾਦ ਕਰਨ ਦੀ ਲੋੜ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆ ਦੇ ਵਿੱਚ ਗੁਰੂ ਸਾਹਿਬ ਨੇ ਅੰਤਰ ਧਰਮ ਸੰਵਾਦ ਦੀ ਲਹਿਰ ਚਲਾਈ ਸੀ। ਗੁਰੂ ਸਾਹਿਬ ਨੇ ਨਾ ਸਿਰਫ ਬ੍ਰਾਹਮਣਾਂ ਦੇ ਨਾਲ ਗੱਲਬਾਤ ਕੀਤੀ, ਸਗੋਂ ਉਸ ਵਕਤ ਦੇ ਵੱਡੇ ਯੋਗੀਆਂ ਤੇ ਸਿੱਧਾਂ ਦੇ ਨਾਲ, ਉਹ ਪੜ੍ਹੇ ਮੌਲਵੀਆਂ, ਕਾਜ਼ੀਆਂ, ਪੀਰਾਂ ਦੇ ਨਾਲ, ਜੈਨੀ ਸਾਧੂਆਂ ਦੇ ਨਾਲ ਤੇ ਬੋਧੀ ਭਿਕਸ਼ੂਆਂ ਦੇ ਨਾਲ ਵੀ ਗੱਲਬਾਤ ਕੀਤੀ। ਤੇ ਅੱਜ ਇੱਕ ਵਾਰ ਫਿਰ ਦੁਨੀਆ ਬੇਚੈਨੀ ਦੇ ਦੌਰ ਚੋਂ ਲੰਘ ਰਹੀ ਹੈ। ਲੋਕਾਂ ਵਿੱਚ ਚਿੰਤਾ ਤੇ ਹਫੜਾ ਦਫੜੀ ਦਾ ਮਾਹੌਲ ਹੈ, ਨਫ਼ਰਤ ਵੱਧ ਰਹੀ ਹੈ ਇਨਸਾਨ ਦੇ ਵਿੱਚ, ਤੇ ਇਹ ਉਹ ਸਮਾਂ ਹੈ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲ ਕੇ ਹੀ ਇਨਸਾਨ ਸ਼ਾਂਤ ਹੋ ਸਕਦਾ ਹੈ। ਉਹਨਾਂ ਨੇ ਇਸ ਮੌਕੇ ਅਪੀਲ ਵੀ ਕੀਤੀ ਹੈ ਸਿੱਖ ਪ੍ਰਚਾਰਕਾਂ ਨੂੰ ਕਿ ਸਾਰੇ ਜਿਹੜੇ ਪ੍ਰਚਾਰਕ ਨੇ ਉਹ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਘਰ ਘਰ ਤੱਕ ਪਹੁੰਚਾਉਣ। ਇਸ ਸਮੇਂ ਦੀ ਲੋੜ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਨੇ ਤੇ ਇਸ ਮੌਕੇ ਇੱਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਛੇਤੀ ਹੀ ਆਨੰਦ ਮੈਰਿਜ ਐਕਟ ਲਾਗੂ ਕਰਨ ਦਾ ਐਲਾਨ ਕੀਤਾ ਹੈ ਪੂਰਨ ਰੂਪ ਦੇ ਵਿੱਚ। ਉਹਨਾਂ ਨੇ ਵਧਾਈਆਂ ਦੇਣ ਦੇ ਨਾਲ ਇਹ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਐਕਟ ਨੂੰ ਲਾਗੂ ਕਰਨ ਦੇ ਲਈ ਭਾਵੇਂ 2016 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ, ਪਰ ਹਾਲੇ ਤੱਕ ਇਹ ਲਾਗੂ ਨਹੀਂ ਹੋਇਆ। ਹੁਣ ਲਾਗੂ ਕਰਾਂਗੇ, ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ। ਮੁੱਖ ਮੰਤਰੀ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ ਅਤੇ ਗੁਰਪੁਰਬ ਦੇ ਸ਼ੁਭ ਦਿਹਾੜੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਫਿਰਕੂ ਸਾਂਝ, ਸ਼ਾਂਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਹੋਰ ਮਜ਼ਬੂਤ ਹੋਣ ਦੀ ਅਰਦਾਸ ਕੀਤੀ। ਆਨੰਦ ਮੈਰਿਜ ਐਕਟ ਜਿਹੜਾ 2016 ਚ ਵੀ ਨੋਟੀਫਿਕੇਸ਼ਨ ਤਾਂ ਹੋ ਗਈ ਸੀ, ਉਹ ਪਤਾ ਹੀ ਨਹੀਂ ਕਿੱਧਰ ਗਿਆ, ਲਾਗੂ ਨਹੀਂ ਹੋਇਆ, ਜਾਗਰੂਕਤਾ ਹੀ ਨਹੀਂ ਹੈਗੀ ਲੋਕਾਂ 'ਚ, ਤਹਿਸੀਲਦਾਰ ਲੈਵਲ ਤੱਕ ਖਤਮ ਹੀ ਹੋ ਜਾਂਦਾ ਉਹ। ਸੋ ਆਨੰਦ ਮੈਰਿਜ ਐਕਟ ਜਿਹੜਾ ਹੈ ਉਹਨੂੰ ਅਸੀਂ ਪੂਰਨ ਰੂਪ 'ਚ ਲਾਗੂ ਕਰਾਂਗੇ ਔਰ ਜਾਗਰੂਕਤਾ ਵੀ ਲੋਕਾਂ ਦੇ ਵਿੱਚ ਲੈ ਕੇ ਆਵਾਂਗੇ, ਪ੍ਰਚਾਰ ਵੀ ਕਰਾਂਗੇ ਕਿ ਦੇਖੋ 22 ਸੂਬਿਆਂ ਦੇ ਵਿੱਚ ਲਾਗੂ ਹੈ, ਅਰੁਣਾਚਲ ਪ੍ਰਦੇਸ਼ 'ਚ ਲਾਗੂ ਹੈ, ਤਾਮਿਲਨਾਡੂ 'ਚ ਲਾਗੂ ਹੈ, ਦਿੱਲੀ 'ਚ ਵੀ ਸਰਕਾਰ ਨੇ ਲਾਗੂ ਕੀਤਾ ਹੈ, ਹਰਿਆਣੇ 'ਚ ਲਾਗੂ ਹੈ, ਤਾਂ ਪੰਜਾਬ ਦੇ ਵਿੱਚ ਇੰਨੀ ਦੇਰੀ ਹੋਈ, ਪਰ ਫਿਰ ਵੀ ਉਸ ਤੋਂ ਬਾਅਦ ਵੀ ਅੱਜ ਪਤਾ ਨਹੀਂ ਹੈਗਾ ਜ਼ਿਆਦਾਤਰ ਲੋਕਾਂ ਨੂੰ ਕਿ ਆਨੰਦ ਮੈਰਿਜ ਐਕਟ ਦੇ ਅਧੀਨ ਉਹ ਆਪਣੀਆਂ ਜਿਹੜੇ ਸਿੱਖ ਪਰਿਵਾਰ ਨੇ ਆਪਣੀਆਂ ਸ਼ਾਦੀਆਂ ਜਿਹੜੀਆਂ ਆਨੰਦ ਮੈਰਿਜ ਐਕਟ ਦੇ ਅੰਦਰ ਰਜਿਸਟਰ ਕਰਵਾ ਸਕਦੇ। ਸੋ ਆਨੰਦ ਮੈਰਿਜ ਐਕਟ ਨੂੰ ਪੂਰਨ ਰੂਪ 'ਚ ਲਾਗੂ ਕੀਤਾ ਜਾਊਗਾ ਅਤੇ ਨਾਲ ਉਹਦਾ ਪ੍ਰਚਾਰ ਵੀ ਕੀਤਾ ਜਾਊਗਾ, ਪ੍ਰਸਾਰ ਵੀ ਕੀਤਾ ਜਾਊਗਾ ਤੇ ਜਾਗਰੂਕਤਾ ਵੀ ਲਿਆਂਦੀ ਜਾਊਗੀ। ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਦਾ ਬੀਜੇਪੀ ਦੇ ਲੀਡਰਾਂ ਨੇ ਸਵਾਗਤ ਕੀਤਾ ਹੈ। ਬੀਜੇਪੀ ਦੇ ਲੀਡਰ ਮਨਜਿੰਦਰ ਸਿਰਸਾ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਇੱਕ ਵੱਡਾ ਐਲਾਨ ਕਰਨ ਦਾ ਉਹ ਸਵਾਗਤ ਕਰਦੇ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਐਕਟ ਦੀ ਬਹੁਤ ਲੰਬੇ ਸਮੇਂ ਤੋਂ ਲੋੜ ਹੈ। ਉਹਨਾਂ ਦਾਅਵਾ ਵੀ ਕੀਤਾ ਹੈ ਕਿ ਇਸ ਨੂੰ ਲਾਗੂ ਕਰਵਾਉਣ ਦੀ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਸਰਕਾਰ ਨੇ ਇਸ ਚੋਰੀ ਛਿਪੇ ਲਾਗੂ ਵੀ ਕਰ ਦਿੱਤਾ ਸੀ ਤਾਂ ਕਿ ਇੱਕ ਵਰਗ ਦੇ ਲੋਕਾਂ ਦੀਆਂ ਵੋਟਾਂ ਨੂੰ ਫਰਕ ਨਾ ਪੈ ਜਾਵੇ। ਸਿੱਖਾਂ ਦੀ ਗੱਲ ਕਰਨ ਵਾਲੀ ਇਹ ਪਾਰਟੀ ਕਹਿੰਦੇ ਇੰਨੀ ਕਮਜ਼ੋਰ ਸੀ ਕਿ ਸਿੱਖਾਂ ਦਾ ਐਕਟ ਹੀ ਲਾਗੂ ਨਹੀਂ ਕਰਵਾ ਸਕੀ। ਯਾਨੀ ਕਿ ਬੀਜੇਪੀ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ, ਉੱਥੇ ਅਕਾਲੀ ਦਲ ਦੇ ਉੱਤੇ ਹਮਲਾ ਵੀ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਅੱਜ ਇਹ ਫੈਸਲਾ ਕੀਤਾ ਕਿ ਆਨੰਦ ਮੈਰਿਜ ਐਕਟ ਨੂੰ ਉਹ ਪ੍ਰੋਪਰ ਤਰੀਕੇ ਨਾਲ ਪੰਜਾਬ 'ਚ ਲਾਗੂ ਕਰਨਗੇ, ਇਹਦੇ ਵਾਸਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਤੇ ਉਹਨਾਂ ਦੀ ਇਸ ਕਦਮ ਦੀ ਸ਼ਲਾਘਾ ਵੀ ਕਰਦਾ। ਇਹ ਆਨੰਦ ਮੈਰਿਜ ਐਕਟ ਨੂੰ ਪੂਰੇ ਦੇਸ਼ 'ਚ ਲਾਗੂ ਕਰਾਉਣ ਵਾਸਤੇ ਮੈਂ ਬਹੁਤ ਯਤਨ ਕਰਦਾ ਰਿਹਾ। ਪੰਜਾਬ ਦੇ ਅੰਦਰ 2016 'ਚ ਅਕਾਲੀ ਦਲ ਦੀ ਸਰਕਾਰ ਨੇ ਚੋਰੀ ਇਸ ਨੂੰ ਲਾਗੂ ਕੀਤਾ ਸੀਗਾ ਤਾਂ ਕਿ ਇੱਕ ਵਰਗ ਦੇ ਲੋਕ ਡਰ ਕਿਤੇ ਸਾਡੇ ਖਿਲਾਫ ਵੋਟ ਨਾ ਪਾ ਦੇਣ। ਇਤਨਾ ਸਿੱਖਾਂ ਦੀ ਗੱਲ ਕਰਨ ਵਾਲੀ ਇਹ ਪਾਰਟੀ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਸਿੱਖਾਂ ਦਾ ਆਨੰਦ ਮੈਰਿਜ ਐਕਟ ਵੀ ਲਾਗੂ ਕਰਨ ਨੂੰ ਤਿਆਰ ਨਹੀਂ ਸੀਗੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਔਰ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਸੀ ਔਰ ਉਹਨਾਂ ਨੇ ਇਸ ਨੂੰ ਆ ਕੇ ਪੰਜਾਬ 'ਚ ਪ੍ਰੋਪਰ ਤਰੀਕੇ ਨਾਲ ਲਾਗੂ ਕਰਾ ਕੇ ਡਿਪਟੀ ਕਮਿਸ਼ਨਰ ਨੂੰ ਆਰਡਰ ਦੀ ਕਾਪੀ ਭੇਜੀ।
ਪਰ ਉਸ ਦੇ ਬਾਵਜੂਦ ਵੀ ਬਹੁਤ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਨਿਆਂਪੂਰਨ ਸਮਾਜ ਬਣਾਉਣ ਦਾ ਸੁਨੇਹਾ ਦਿੰਦੀਆਂ ਨੇ। ਪ੍ਰਧਾਨ ਮੰਤਰੀ ਮੋਦੀ ਦਿੱਲੀ ਦੇ ਵਿੱਚ ਸੋਮਵਾਰ ਰਾਤ ਨੂੰ ਪ੍ਰਕਾਸ਼ ਦਿਹਾੜਾ ਸਮਾਗਮ ਮਨਾਏ ਗਏ ਸੀ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਬੀਜੇਪੀ ਲੀਡਰ ਇਕਬਾਲ ਸਿੰਘ ਲਾਲਪੁਰਾ ਦੇ ਘਰ ਉੱਥੇ ਪਹੁੰਚੇ ਹੋਏ ਸਨ ਤੇ ਉੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ, ਲਾਈਵ ਵੀ ਸਟ੍ਰੀਮ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਅਪਣਾ ਕੇ ਅਸੀਂ ਸਮਾਜ ਦੇ ਵਿੱਚ ਸ਼ਾਂਤੀ, ਸਮਾਨਤਾ ਤੇ ਖੁਸ਼ਹਾਲੀ ਲਿਆ ਸਕਦੇ ਹਾਂ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਵਧਾਈਆਂ ਦਿੱਤੀਆਂ। ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਇਸ ਵਕਤ ਆਪਣੀ ਭਾਰਤ ਜੋੜੋ ਯਾਤਰਾ ਦਰਮਿਆਨ ਨਾਂਦੇੜ ਪਹੁੰਚੇ ਹੋਏ ਸਨ। ਇਤਿਹਾਸਿਕ ਨਗਰੀ ਨਾਂਦੇੜ ਦੇ ਵਿੱਚ ਗੁਰਦੁਆਰਾ ਯਾਦਗਾਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵਿਖੇ ਰਾਹੁਲ ਗਾਂਧੀ ਨੇ ਮੱਥਾ ਟੇਕਿਆ। ਮੰਗਲਵਾਰ ਨੂੰ ਸਭ ਤੋਂ ਪਹਿਲਾਂ ਮੱਥਾ ਟੇਕਿਆ, ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਤੇ ਫਿਰ ਉਹਨਾਂ ਨੇ ਆਪਣੀ ਪਾਰਟੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਹੈ ਉਹ ਸ਼ੁਰੂ ਕੀਤੀ। ਮੰਗਲਵਾਰ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ 62ਵਾਂ ਦਿਨ ਰਿਹਾ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਹੀ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਮਰਨ ਤੋਂ ਬਾਅਦ ਦੂਸਰਾ ਗਾਣਾ ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਵਾਰ। ਇਸ ਗਾਣੇ ਨੇ ਵੀ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਪਹਿਲੇ 18 ਮਿੰਟਾਂ ਦੇ ਵਿੱਚ ਇਸ ਗਾਣੇ ਨੂੰ 10 ਲੱਖ ਲੋਕ ਦੇਖ ਚੁੱਕੇ ਸਨ। 75,000 ਤੋਂ ਵੱਧ ਲੋਕ ਕਮੈਂਟ ਕਰ ਚੁੱਕੇ ਸਨ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਇਸ ਗੀਤ ਨੂੰ ਮਾਪਿਆਂ ਨੇ ਰਿਲੀਜ਼ ਕੀਤਾ ਹੈ ਤੇ ਲੋਕਾਂ ਨੇ ਇਸ ਨੂੰ ਵਾਹਵਾ ਪਸੰਦ ਕੀਤਾ, ਲਗਾਤਾਰ ਪਸੰਦ ਕਰ ਰਹੇ ਸਨ। 6 ਘੰਟਿਆਂ ਦੇ ਵਿੱਚ 5.5 ਮਿਲੀਅਨ ਵਿਊਜ਼ ਨੇ ਜਿਹੜੇ ਉਹ ਸ਼ੁਭਦੀਪ ਸਿੰਘ ਦੇ ਗੀਤ ਦੇ ਹੋ ਚੁੱਕੇ ਸਨ। ਇਹ ਗੀਤ ਪੰਜਾਬ ਦੇ ਬਹਾਦਰ ਸੂਰਮੇ ਜਰਨੈਲ ਹਰੀ ਸਿੰਘ ਨਲੂਆ ਦੇ ਲਈ ਗਾਇਆ ਗਿਆ ਤੇ ਇਸ ਨੂੰ ਵਾਰ ਰੂਪ ਦੇ ਵਿੱਚ ਹੀ ਗਾਇਆ ਗਿਆ ਹੈ। ਇਹਦੇ ਵਿੱਚ ਬਹਾਦਰ ਯੋਧੇ ਹਰੀ ਸਿੰਘ ਨਲੂਆ ਦੀਆਂ ਜਿਹੜੀਆਂ ਬਹਾਦਰੀਆਂ ਨੇ ਉਹਨਾਂ ਦਾ ਗੁਣਗਾਨ ਕੀਤਾ ਗਿਆ ਹੈ। ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਬੜੇ ਹੀ ਬਖੂਬੀ ਤਰੀਕੇ ਦੇ ਨਾਲ ਵਿਖਿਆਨ ਕੀਤਾ ਗਿਆ ਹੈ। ਇੱਕ ਦਿਨ ਦੇ ਵਿੱਚ ਹੀ ਇਸ ਗਾਣੇ ਨੇ ਇਤਿਹਾਸ ਰਚ ਦਿੱਤਾ ਹੈ। ਲੋਕ ਕਮੈਂਟ ਕਰ ਰਹੇ ਨੇ ਕਿ ਸਿਵਿਆਂ ਦੇ ਵਿੱਚ ਬੈਠਾ ਵੀ ਸਿੱਧੂ ਮੂਸੇਵਾਲਾ ਟ੍ਰੈਂਡ ਕਰ ਰਿਹਾ ਹੈ। ਡਰੇਕ ਦਾ ਗਾਣਾ ਹੈ ਜਿਹੜਾ 4 ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਉਸ ਦੇ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ ਜਿਹੜਾ ਕਿ 4 ਦਿਨਾਂ ਦੇ ਵਿੱਚ 3.5 ਮਿਲੀਅਨ ਤੇ ਪਹੁੰਚਿਆ, ਪਰ ਸਿੱਧੂ ਮੂਸੇਵਾਲੇ ਦਾ ਗਾਣਾ 6 ਘੰਟਿਆਂ ਦੇ ਵਿੱਚ 5.5 ਮਿਲੀਅਨ ਤੱਕ ਪਹੁੰਚ ਚੁੱਕਿਆ ਸੀ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੋਂ ਅਗਲਾ ਦਿਨ ਯਾਨੀ ਕਿ 9 ਨਵੰਬਰ ਦਾ ਦਿਨ ਵੀ ਕਾਫੀ ਵੱਡਾ ਦਿਨ ਹੈ ਕਿਉਂਕਿ ਇਸ ਦਿਨ SGPC ਦੀ ਚੋਣ ਇਤਿਹਾਸਿਕ ਹੋਣ ਜਾ ਰਹੀ ਹੈ। ਕੌਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਣੂਗਾ? ਕੀ ਬੀਬੀ ਜਗੀਰ ਕੌਰ ਬਾਜੀ ਮਾਰ ਜਾਣਗੇ ਜਾਂ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਕਮਾਨ ਸਾਂਭਣਗੇ? ਇਹ ਤਸਵੀਰ ਹੈ ਜਿਹੜੀ ਉਹ ਸਾਫ਼ ਹੋ ਜਾਏਗੀ ਥੋੜੇ ਸਮੇਂ ਦੇ ਵਿੱਚ ਹੀ, ਯਾਨੀ ਕਿ ਕੁਝ ਘੰਟਿਆਂ ਦੇ ਬਾਅਦ ਸਾਫ਼ ਹੋ ਜਾਏਗੀ ਕਿ ਕੌਣ SGPC ਦਾ ਪ੍ਰਧਾਨ ਬਣੇਗਾ। ਦਰਅਸਲ ਪ੍ਰੈਜ਼ੀਡੈਂਟ ਦੀ ਚੋਣ ਹੈ ਜਿਹੜੀ ਉਹ ਇੰਨੀ ਸੌਖੀ ਵੀ ਨਹੀਂ ਹੋਣ ਵਾਲੀ। ਕਮੇਟੀ ਮੈਂਬਰ ਵੀ ਦੁਚਿੱਤੀ ਦੇ ਵਿੱਚ ਨੇ ਕਿਉਂਕਿ ਦੋਵੇਂ ਪਾਸਿਆਂ ਤੋਂ ਲਗਾਤਾਰ ਪ੍ਰੈਸ਼ਰ ਪੈ ਰਿਹਾ, ਲਗਾਤਾਰ ਸੰਪਰਕ ਕੀਤਾ ਜਾ ਰਿਹਾ ਤੇ SGPC ਮੈਂਬਰਾਂ ਨੂੰ ਬੜੀ ਤਵੱਜੋ ਦਿੱਤੀ ਜਾ ਰਹੀ ਹੈ। ਬੀਬੀ ਜਗੀਰ ਕੌਰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਨੇ, ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਉਤਾਰੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਪਲੜਾ ਵੀ ਭਾਰੀ ਦੱਸਿਆ ਜਾ ਰਿਹਾ ਹੈ। ਸੋ ਬੁੱਧਵਾਰ ਨੂੰ 1 ਵਜੇ SGPC ਦਾ ਇਜਲਾਸ ਬੁਲਾਇਆ ਗਿਆ ਹੈ। ਅਸੀਂ ਲਗਾਤਾਰ ਇਸ ਮੁੱਦੇ ਤੇ ਕਵਰੇਜ ਹੈ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ। ਵੱਖ-ਵੱਖ ਲੀਡਰਾਂ ਦੇ ਨਾਲ ਗੱਲਬਾਤ ਵੀ ਦਿਖਾਈ ਜਾਏਗੀ, ਕੌਣ ਕਿਹਦੇ ਹੱਕ ਦੇ ਵਿੱਚ ਭੁਗਤ ਰਿਹਾ ਹੈ। ਸੋ ਦੇਖਦੇ ਹਾਂ ਕਿ 9 ਨਵੰਬਰ ਨੂੰ ਕੀ ਹੋਣ ਵਾਲਾ ਹੈ। ਇਸ ਦਰਮਿਆਨ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣਾਂ ਦੇ ਵਿੱਚ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਨੇ। ਬੀਬੀ ਜਗੀਰ ਕੌਰ ਦੇ ਸਮਰਥਨ ਦੇ ਲਈ ਜਗਦੀਸ਼ ਸਿੰਘ ਝਿੰਡਾ ਦੇ ਨਾਲ ਕਹਿੰਦੇ ਉਹਨਾਂ ਨੇ ਮੀਟਿੰਗ ਕੀਤੀ ਹੈ। ਧਾਰਮਿਕ ਮਾਮਲਿਆਂ ਵਿੱਚ ਸਰਕਾਰ ਦੇ ਨਾਲ BJP ਤੇ RSS ਦੀ ਦਖਲ ਅੰਦਾਜ਼ੀ ਦਾ ਉਹਨਾਂ ਨੇ ਮੁੜ ਤੋਂ ਇਲਜ਼ਾਮ ਲਾਇਆ। ਤੋਂ 9 ਨਵੰਬਰ ਨੂੰ SGPC ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ SGPC ਦੇ ਸਾਰੇ ਮੈਂਬਰਾਂ ਦੀ ਬੈਠਕ ਹੋਈ ਹੈ। ਇਸ ਦੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਧਾਮੀ ਦਾ ਨਾਮ ਉਮੀਦਵਾਰ ਵਜੋਂ ਪ੍ਰਵਾਨ ਕੀਤਾ ਹੈ, ਦਾ ਸਵਾਗਤ ਕੀਤਾ ਹੈ। ਬਾਕੀ ਕਹਿੰਦੇ ਐਗਜ਼ੈਕਟਿਵ ਟੀਮ ਬਣਾਉਣ ਦਾ ਅਧਿਕਾਰ ਹੈ ਜਿਹੜਾ ਉਹ ਦਿੱਤਾ ਹੈ। ਪਹਿਲੀ ਵਾਰੀ ਕਹਿੰਦੇ ਮੈਂਬਰ ਬਹੁਤ ਜ਼ਿਆਦਾ ਜੋਸ਼ ਦੇ ਨਾਲ ਆਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ SGPC ਦੇ ਮਸਲੇ ਤੇ ਇਕੱਠੀਆਂ ਹੋ ਗਈਆਂ ਨੇ, SGPC ਨੂੰ ਦੱਬਣ ਲਈ ਇਕੱਠੀਆਂ ਹੋਈਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਕੇਂਦਰ ਸਰਕਾਰ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ, ਇਹ ਸਾਰੇ ਕਹਿੰਦੇ ਬੀਬੀ ਜਗੀਰ ਕੌਰ ਨੂੰ ਜਿਤਾਉਣ 'ਚ ਲੱਗੇ ਹੋਏ ਨੇ। ਬਾਦਲ ਨੇ ਦਾਅਵਾ ਕੀਤਾ ਕਿ ਪਿਛਲੀ ਵਾਰ ਦੀਆਂ ਚੋਣਾਂ ਦੇ ਨਾਲੋਂ ਇਸ ਵਾਰ ਦਾ ਨਤੀਜਾ ਬਹੁਤ ਵਧੀਆ ਹੋਏਗਾ। ਕਹਿੰਦੇ ਮੈਂ ਤਾਂ ਹਾਲੇ ਵੀ ਬੀਬੀ ਜਗੀਰ ਕੌਰ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਇੰਨਾ ਸਮਾਂ ਅਕਾਲੀ ਦਲ ਦਾ ਸਾਥ ਦਿੱਤਾ ਹੈ, ਕੇਂਦਰ ਦੇ ਪਿੱਛੇ ਲੱਗ ਕੇ ਤੁਸੀਂ ਕੌਮ ਦੀ ਪਾਰਟੀ ਦੀ ਪਿੱਠ 'ਚ ਛੁਰਾ ਨਾ ਮਾਰੋ। ਇਹ ਤੁਹਾਡੀ
ਆਪਣੀ ਪਾਰਟੀ ਹੈ। ਬੀਬੀ ਜਗੀਰ ਕੌਰ ਨੂੰ ਕਹਿੰਦੇ ਮੈਂ ਆਪ ਮਿਲਿਆ ਸੀ ਪਰ ਉਹ ਜ਼ਿੱਦ ਉੱਤੇ ਪੂਰੀ ਤਰ੍ਹਾਂ ਅੜੇ ਹੋਏ ਨੇ। ਸੋ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਜੋ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਮੈਂ ਖੁਦ ਵੀ ਮਿਲਣ ਗਿਆ ਸੀ। ਹਾਲਾਂਕਿ ਹੁਣ ਤੱਕ ਇਹੀ ਚਰਚਾ ਹੋ ਰਹੀ ਹੈ ਕਿ ਬੀਬੀ ਜਗੀਰ ਕੌਰ ਦੀ ਨਾਰਾਜ਼ਗੀ ਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਖੁਦ ਕਿਉਂ ਨਹੀਂ ਮਨਾਉਣਗੇ, ਪਰ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਗਿਆ ਸੀ। ਤੁਸੀਂ ਦੇਖ ਲਓ ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਦੋਂ ਵੀ ਆਏਗਾ ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਯਾਦ ਆਏਗਾ ਇੱਕ ਵੱਡਾ ਐਲਾਨ ਜਿਹੜਾ ਕਿ 2021 ਦੇ ਵਿੱਚ ਕੀਤਾ ਗਿਆ ਸੀ। ਪਿਛਲੇ ਸਾਲ ਦੇ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਐਲਾਨ ਕਰ ਦਿੱਤਾ ਸੀ ਤੜਕੇ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਂਦੇ ਨੇ ਤਾਂ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ। ਕਿਸੇ ਨੂੰ ਉਦੋਂ ਤੱਕ ਯਕੀਨ ਨਹੀਂ ਹੋਇਆ ਜਦੋਂ ਤੱਕ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸਾਰੀ ਸਪੀਚ ਨਹੀਂ ਸੁਣ ਲਈ ਕਿ ਆਖਿਰਕਾਰ ਪ੍ਰਧਾਨ ਮੰਤਰੀ ਨੇ ਕਿਹਾ ਕੀ ਹੈ, ਕਿ ਸੱਚਮੁੱਚ ਹੀ ਖੇਤੀ ਦੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਮੰਗ ਨੂੰ ਲੈ ਕੇ, ਜਿਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਲਗਾਤਾਰ 1.5 ਸਾਲਾਂ ਤੋਂ ਸੜਕਾਂ ਤੇ ਸਨ, ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਸਨ। ਸੋ 1 ਸਾਲ ਪੂਰਾ ਲੰਘ ਗਿਆ ਹੈ। 3 ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਸਮੇਤ ਭਾਰਤ ਦੀਆਂ ਵੱਖ-ਵੱਖ ਥਾਵਾਂ ਤੇ ਧਰਨੇ ਦਿੱਤੇ ਗਏ ਸਨ ਤੇ 1 ਸਾਲ ਬਾਅਦ ਜਿਹੜਾ ਹੈਗਾ ਉਹ ਕਿੰਨਾ ਕੁ ਕੁਝ ਬਦਲਿਆ ਹੈ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ, ਉਹ ਤਾਂ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਜਦੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ, ਕੁਝ ਦਿਨਾਂ ਬਾਅਦ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਦੇ ਐਲਾਨ ਤੇ ਮੋਹਰ ਲਾ ਦਿੱਤੀ ਗਈ ਸੀ। 3 ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਸਨ। ਉਸ ਤੋਂ ਕੁਝ ਦਿਨਾਂ ਬਾਅਦ ਕਿਸਾਨਾਂ ਨੇ ਆਪਣਾ ਮੋਰਚਾ ਮੁਲਤਵੀ ਕਰ ਦਿੱਤਾ ਸੀ, ਪਰ ਜਿਹੜੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਕੇਂਦਰ ਸਰਕਾਰ ਨੇ 1 ਸਾਲ ਬੀਤ ਜਾਣ ਬਾਅਦ ਵੀ ਪੂਰੀਆਂ ਨਹੀਂ ਹੋਈਆਂ। MSP ਦਾ ਕਾਨੂੰਨ ਹਲੇ ਤੱਕ ਨਹੀਂ ਬਣਿਆ ਤੇ ਹੋਰ ਵੀ ਸਾਰੀਆਂ ਮੰਗਾਂ ਪੈਂਡਿੰਗ ਪਈਆਂ ਨੇ। 1 ਸਾਲ ਬੀਤ ਜਾਣ ਤੋਂ ਬਾਅਦ ਕਿਸਾਨ ਲੀਡਰ ਜੰਗਵੀਰ ਸਿੰਘ ਦਾ ਕੀ ਕਹਿਣਾ ਹੈ, ਇਸ ਬਾਰੇ ਸਾਡੇ ਪੱਤਰਕਾਰ ਰਾਹੁਲ ਕਾਲਾ ਨੇ ਗੱਲਬਾਤ ਕੀਤੀ ਹੈ ਫੋਨ ਤੇ। 3 ਖੇਤੀ ਕਾਨੂੰਨ ਤੇ ਵਾਪਸ ਕਰ ਲਿਆ ਸੀ ਅੱਜ ਦੇ ਦਿਨ ਮੋਦੀ ਸਾਹਿਬ ਨੇ, ਪਰ ਵਾਅਦਾ ਕੀਤਾ ਸੀ ਕਿ MSP ਤੇ ਜਿਹੜੀ ਆ ਕਮੇਟੀ ਬਣਾਈ ਜਾਊਗੀ। ਸੋ ਉਹ ਕਮੇਟੀ ਵੀ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਮੇਟੀ ਜ਼ਿਆਦਾ ਆਪਣੇ ਪੱਖ ਦੇ ਵਿੱਚ ਹੀ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਹਦੇ ਵਿੱਚ ਉਹ ਲੋਕ ਪਾ ਲਿਆ ਸੀ ਜਿਹੜੇ 3 ਬਿੱਲਾਂ ਦੇ ਹੱਕ ਦੇ ਵਿੱਚ ਸੀ, ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸੀ। ਔਰ ਤੇ ਇਹ ਜਿਹੜੇ 27 ਜਿਹੜੇ ਮੈਂਬਰ ਆ ਸਰਕਾਰ ਨੇ ਆਪਣੇ ਪੱਖ ਦੇ ਵਿੱਚ ਜਿਹੜੇ ਸੀਗੇ ਇਹਨਾਂ ਦੇ ਵੱਲ ਸੀਗੇ ਉਹ ਪਾਏ ਸੀ, ਤੇ ਸਿਰਫ 3 ਜਿਹੜੇ ਸੰਯੁਕਤ ਕਿਸਾਨ ਮੋਰਚੇ ਤੋਂ ਮੈਂਬਰ ਕਹਿੰਦੇ ਸੀ ਦੇ ਦਿਓ। ਪਰ ਇਹਦੇ ਵਿੱਚ ਜੇ ਅਸੀਂ 3 ਮੈਂਬਰ ਦਿੰਨੇ ਆ ਤੇ ਫਿਰ ਉਹਦੇ ਵਿੱਚ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਕਮੇਟੀ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਸੀ ਹੋਣਾ। ਸੋ ਅਸੀਂ ਤਾਂ ਉਹਨਾਂ ਨੂੰ ਮੰਗ ਇਹੀ ਕੀਤੀ ਸੀ ਕਿ ਕਮੇਟੀ ਨੂੰ ਵੀ ਛੱਡ ਦਿਓ, ਤੁਸੀਂ MSP ਜਿਹੜਾ ਕਾਨੂੰਨ ਹੈ ਉਹ ਲਾਗੂ ਕਰ ਦਿਓ, ਸਾਨੂੰ 23 ਫਸਲਾਂ ਤੇ MSP ਦੇ ਦਿਓ, ਸਾਨੂੰ ਕਮੇਟੀ ਬਣਾਉਣ ਦੀ ਵੀ ਲੋੜ ਹੈ ਨਹੀਂ। ਸੋ ਉਸ ਵੇਲੇ ਦੇਖੋ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਿਹੜੇ ਉੱਥੇ ਪਰਚੇ ਦਰਜ ਹੋਏ ਸੀ ਸੋ ਉਹਨਾਂ ਨੂੰ ਵਾਪਸ ਜਿਹੜੇ ਆਪਾਂ ਕਿਸਾਨ ਅੰਦੋਲਨ ਦੌਰਾਨ ਜਿਹੜੇ ਦਿੱਲੀ ਦੇ ਵਿੱਚ ਹੋਏ ਸੀ ਜਾਂ ਆਲ ਪੰਜਾਬ ਜਾਂ ਆਲ ਭਾਰਤ ਦੇ ਵਿੱਚ ਜਿੱਥੇ ਵੀ ਹੋਏ ਸੀਗੇ ਉਹਨਾਂ ਨੂੰ ਅਸੀਂ ਵਾਪਸ ਲਵਾਂਗੇ। ਸੋ ਹਾਲੇ ਤੱਕ ਕਿਤੇ ਨਾ ਕਿਤੇ ਉਹ ਜਿਹੜੇ ਆ ਉਹ ਵੀ ਵਿੱਚ ਵਿਚਾਲੇ ਹੀ ਕੰਮ ਲਟਕਿਆ ਹੋਇਆ ਆ। ਸੋ ਹਾਲੇ ਲਖੀਮਪੁਰ ਖੀਰੀ ਵਾਲੇ ਸਾਡੇ 6-7 ਕਿਸਾਨ ਆ ਉਹ ਜੇਲ੍ਹ ਦੇ ਅੰਦਰ ਡੱਕੇ ਹੋਏ ਨੇ, ਉਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ। ਅਜੇ ਮਿਸ਼ਰਾ ਟਹਿਣੀ ਆ ਉਹਦੀ ਪਦ ਤੋਂ ਬਰਖਾਸਤਗੀ ਦੀ ਮੰਗ ਕਰਦੇ ਸੀ ਕਿ ਉਹਦੇ ਅਹੁਦੇ ਤੋਂ ਉਹਨੂੰ ਬਰਖਾਸਤ ਕੀਤਾ ਜਾਵੇ। ਪੰਜਾਬ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ, ਕਾਂਗਰਸ ਦੇ MLA ਅਤੇ ਵਿਰੋਧੀ ਧਿਰ ਦੇ ਵਿੱਚ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ਦੇ ਵਿੱਚ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵਿਗੜ ਰਹੀ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੂੰ ਜ਼ਿੰਮੇਦਾਰ ਦੱਸਿਆ ਹੈ, ਕਿਹਾ ਕਿ ਇਹ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਦੇ ਵਿੱਚ ਅਸਮਰੱਥ ਰਹੇ ਨੇ।
ਬਾਜਵਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤੈਨਾਤ ਆਬਕਾਰੀ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਜਦੋਂ ਗੁੰਡਿਆਂ ਦੇ ਇੱਕ ਗਰੁੱਪ ਵੱਲੋਂ ਚੱਲ ਰਹੇ NRI ਵਿਆਹ ਸਮਾਗਮ ਵਿੱਚ ਦਾਖਲ ਹੋ ਕੇ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਦੇ ਕਹਿਣ ਤੇ ਸ਼ਰਾਬ ਖੋਹਣ ਦੀ ਕੋਸ਼ਿਸ਼ ਕੀਤੀ। ਬਾਜਵਾ ਨੇ ਪੁੱਛਿਆ ਕਿ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਮੁੱਦੇ ਤੇ ਚੁੱਪ ਕਿਉਂ ਨੇ ਕਿ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪ੍ਰਵਾਸੀ ਭਾਰਤੀਆਂ ਤੋਂ ਨਿਵੇਸ਼ ਆਕਰਸ਼ਿਤ ਕਰਨ ਦਾ ਟੀਚਾ ਪੂਰਾ ਕਰ ਸਕਦੀ ਹੈ। ਇਹ ਤਿੱਖੇ ਸਵਾਲ ਬਾਜਵਾ ਨੇ ਕੀਤੇ ਨੇ ਜਿਨ੍ਹਾਂ ਦਾ ਸ਼ਾਇਦ ਜਵਾਬ ਨਹੀਂ ਮਿਲਣਾ। 8 ਨਵੰਬਰ ਦੇ ਨਾਲ ਇੱਕ ਹੋਰ ਤਰੀਕ ਇੱਕ ਹੋਰ ਯਾਦ ਵੀ ਜੁੜੀ ਹੋਈ ਹੈ। 6 ਸਾਲ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਕਿ 8 ਨਵੰਬਰ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਦਾ ਐਲਾਨ ਕਰ ਦਿੱਤਾ ਸੀ। ਨੋਟਬੰਦੀ ਦੇ 6 ਸਾਲਾਂ ਬਾਅਦ ਵੀ ਇਸ ਦੇ ਫਾਇਦਿਆਂ ਤੇ ਨੁਕਸਾਨਾਂ ਬਾਰੇ ਲਗਾਤਾਰ ਬਹਿਸ ਹੋ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਨੂੰ ਮਦਦ ਮਿਲੀ ਹੈ। ਭਾਰਤੀ ਅਰਥ ਵਿਵਸਥਾ ਨਿੱਘਰ ਮਜ਼ਬੂਤ ਹੋਈ ਹੈ ਜਦਕਿ ਆਲੋਚਕ ਕਹਿੰਦੇ ਨੇ ਕਿ ਇਹ ਫੈਸਲਾ ਕਾਲੇ ਧਨ ਨੂੰ ਰੋਕਣ ਤੇ ਨਗਦੀ ਤੇ ਨਿਰਭਰਤਾ ਘਟਾਉਣ ਦੇ ਵਿੱਚ ਅਸਫਲ ਰਿਹਾ ਹੈ ਕਿਉਂਕਿ ਉਦੋਂ ਪ੍ਰਧਾਨ ਮੰਤਰੀ ਨੇ ਵਾਰੀ-ਵਾਰੀ ਪੂਰੀ ਹਿੱਕ ਠੋਕ ਕੇ ਕਿਹਾ ਸੀ ਕਿ ਨੋਟਬੰਦੀ ਕਰਾਂਗੇ ਤਾਂ ਕਾਲਾ ਧਨ ਹੈ ਜਿਹੜਾ ਉਹ ਖਤਮ ਹੋਏਗਾ, ਕਾਲਾ ਧਨ ਅਸੀਂ ਵਿਦੇਸ਼ਾਂ ਚੋਂ ਵਾਪਸ ਲੈ ਕੇ ਆਵਾਂਗੇ। ਪਰ ਵਾਪਸ ਲਿਆ ਕੇ ਕਿੱਥੇ ਦਿੱਤਾ ਕਿਸੇ ਨੂੰ ਪਤਾ ਨਹੀਂ। ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ 2016 ਨੂੰ ਅਰਥ ਵਿਵਸਥਾ ਵਿੱਚ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਦੇ ਉਦੇਸ਼ ਨਾਲ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਲਿਮਿਟਡ ਸਮਾਂ ਦਿੱਤਾ ਗਿਆ ਸੀ ਇਹਨਾਂ ਨੋਟਾਂ ਨੂੰ ਜਿਹੜਾ ਹੈਗਾ ਉਹ ਬਿਲੇ ਲਾਉਣ ਦਾ, ਇਹਨਾਂ ਨੋਟਾਂ ਨੂੰ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਉਣ ਦਾ। ਤੇ ਉਦੋਂ ਲੋਕਾਂ ਨੇ ਐਡੀ ਕੁ ਪਰੇਸ਼ਾਨੀ ਝੱਲੀ ਸੀ ਕਿ ਬਹੁਤ ਸਾਰੀਆਂ ਜਾਨਾਂ ਵੀ ਚਲੀਆਂ ਗਈਆਂ ਸਨ। ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਦੇ ਵਿੱਚ ਲੋਕ 3-3 ਦਿਨ ਵੀ ਖੜੇ ਰਹਿੰਦੇ ਸਨ, ਵਾਰੀ ਨਹੀਂ ਆਉਂਦੀ ਸੀ। ਉਸ ਵਕਤ ਇਹ ਜਿਹੜਾ ਇੱਕ ਐਮਰਜੈਂਸੀ ਐਲਾਨ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਮਹਾਸਭਾ ਨੇ 18 ਨਵੰਬਰ ਦਾ ਦਿਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਸ਼ੋਸ਼ਣ ਦੇ ਖਿਲਾਫ ਆਵਾਜ਼ ਚੁੱਕਣ ਵਜੋਂ ਮਨਾਉਣ ਦਾ ਫੈਸਲਾ ਲਿਆ ਹੈ। ਪ੍ਰਸਤਾਵ ਨੂੰ ਅਮਰੀਕੀ ਮੁਲਕਾਂ ਸੀਰਾ ਲਿਓਨ ਅਤੇ ਨਾਈਜੀਰੀਆ ਵੱਲੋਂ ਅੱਗੇ ਰੱਖਿਆ ਗਿਆ ਸੀ ਤੇ 110 ਤੋਂ ਵੱਧ ਮੁਲਕਾਂ ਨੇ ਇਹਦਾ ਸਮਰਥਨ ਕੀਤਾ ਸੀ। ਭਾਰਤੀ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਦੀਆਂ 576 ਭਾਸ਼ਾਵਾਂ ਅਤੇ ਬੋਲੀਆਂ ਦਾ ਮਾਤ ਭਾਸ਼ਾ ਸਰਵੇਖਣ ਸਫਲਤਾਪੂਰਵਕ ਪੂਰਾ ਕਰ ਲਿਆ। ਗ੍ਰਹਿ ਮੰਤਰਾਲੇ ਦੀ 2021-22 ਦੀ ਸਾਲਾਨਾ ਰਿਪੋਰਟ ਦੇ ਮੁਤਾਬਿਕ ਦੇਸ਼ ਦੀ ਹਰ ਮਾਤ ਭਾਸ਼ਾ ਅਸਲ ਰੂਪ ਨੂੰ ਸੁਰੱਖਿਅਤ ਰੱਖਣ ਤੇ ਉਸ ਦਾ ਵਿਸ਼ਲੇਸ਼ਣ ਕਰਨ ਦੇ ਲਈ ਕੌਮੀ ਸੂਚਨਾ ਵਿਗਿਆਨ ਕੇਂਦਰ ਵਿਖੇ ਇੱਕ ਵੈਬ ਆਰਕਾਈਵ ਸਥਾਪਿਤ ਕਰਨ ਦੀ ਯੋਜਨਾ ਹੈ। ਕੌਮੀ ਜਾਂਚ ਏਜੰਸੀ ਯਾਨੀ ਕਿ NIA ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਕਿ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਅਗਵਾਈ ਵਾਲੀ ਡੀ ਕੰਪਨੀ ਨੇ ਸਿਆਸਤਦਾਨਾਂ ਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਿਸ਼ੇਸ਼ ਯੂਨਿਟ ਕਾਇਮ ਕੀਤਾ ਹੈ। ਪ੍ਰਮੁੱਖ ਸ਼ਖਸੀਅਤਾਂ ਵਿਰੁੱਧ ਵਰਤੇ ਜਾਣ ਵਾਲੇ ਘਾਤਕ ਹਥਿਆਰ ਉਪਲਬਧ ਕਰਵਾਏ ਨੇ। ਏਜੰਸੀ ਨੇ ਕਿਹਾ ਕਿ ਡੀ ਕੰਪਨੀ ਨੇ ਸਿਆਸਤਦਾਨਾਂ ਤੇ ਕਾਰੋਬਾਰੀਆਂ ਸਮੇਤ ਉੱਘੀਆਂ ਸ਼ਖਸੀਅਤਾਂ ਤੇ ਹਮਲਾ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਲਈ ਇਕਾਈ ਦੀ ਸਥਾਪਨਾ ਕੀਤੀ। ਸੂਤਰਾਂ ਮੁਤਾਬਿਕ ਦਾਊਦ ਇਬਰਾਹਿਮ, ਛੋਟਾ ਸ਼ਕੀਲ ਅਤੇ 3 ਹੋਰਾਂ ਦੇ ਖਿਲਾਫ ਭਾਰਤ ਵਿੱਚ ਅੱਤਵਾਦ ਫੈਲਾਉਣ ਨੂੰ ਲੈ ਕੇ ਜਿਹੜਾ ਹੈਗਾ ਉਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਚੰਡੀਗੜ੍ਹ ਤੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੇ ਛੋਟੇ ਪੁੱਤਰ ਅਰਸ਼ ਸ਼ਰਮਾ ਉਮਰ ਮਹਿਜ਼ 25 ਸਾਲ ਦੀ ਸੀ। ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਅੰਤਿਮ ਸੰਸਕਾਰ 8 ਨਵੰਬਰ ਨੂੰ ਬਾਅਦ ਦੁਪਹਿਰ 3:30 ਵਜੇ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਇਸ ਖਬਰ ਤੋਂ ਬਾਅਦ ਪੱਤਰਕਾਰ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ। ਜਿਹੜੇ ਵੀ ਦਵਿੰਦਰਪਾਲ ਸਿੰਘ ਨੂੰ ਜਾਣਦੇ ਨੇ, ਉਹਨਾਂ ਦੀ ਕਲਮ ਨੂੰ ਪਹਿਚਾਣਦੇ ਨੇ, ਉਹਨਾਂ ਦੇ ਜਾਣਨ ਵਾਲੇ ਨੇ ਜਿਹੜੇ ਉਹ ਸਾਰੇ ਸਦਮੇ ਦੇ ਵਿੱਚ ਨੇ ਕਿਉਂਕਿ ਅਚਾਨਕ ਇੱਕ ਨੌਜਵਾਨ ਪੁੱਤਰ ਹੈ ਜਿਹੜਾ ਉਹਨਾਂ ਦਾ ਉਹ ਗਵਾਚਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ, ਜਮਹੂਰੀ ਜਥੇਬੰਦੀਆਂ, ਉਹਨਾਂ ਨੇ ਵੀ ਦੁੱਖ ਪ੍ਰਗਟਾਇਆ ਹੈ। ਸੁਪਰੀਮ ਕੋਰਟ ਨੇ ਵੱਡਾ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਿੱਦਿਆ ਯਾਨੀ ਕਿ ਸਿੱਖਿਆ ਮੁਨਾਫਾ ਕਮਾਉਣ ਦਾ ਜ਼ਰੀਆ ਨਹੀਂ ਹੈ। ਟਿਊਸ਼ਨ ਫੀਸ ਹਮੇਸ਼ਾ ਸਸਤੀ ਹੋਣੀ ਚਾਹੀਦੀ ਹੈ। ਅਦਾਲਤ ਨੇ ਮੈਡੀਕਲ ਕਾਲਜਾਂ ਦੇ ਵਿੱਚ ਟਿਊਸ਼ਨ ਫੀਸ 24 ਲੱਖ ਰੁਪਏ ਸਾਲਾਨਾ ਕਰਨ ਦੇ ਆਂਧਰਾ ਪ੍ਰਦੇਸ਼ ਸਰਕਾਰ ਦੇ ਫੈਸਲੇ ਨੂੰ ਰੱਦ ਕਰਨ ਦਾ ਜਿਹੜਾ ਆਂਧਰਾ ਹਾਈ ਕੋਰਟ ਦਾ ਹੁਕਮ ਹੈ ਉਸ ਨੂੰ ਬਰਕਰਾਰ ਰੱਖਿਆ ਹੈ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਨੂੰ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਵੀ ਕਿਹਾ ਕਿ 24 ਲੱਖ ਰੁਪਏ ਇੱਕ ਸਾਲ ਦੀ ਫੀਸ ਹੈ ਜਿਹੜੀ ਉਹ ਮੈਡੀਕਲ ਕਾਲਜ ਦੀ ਨਹੀਂ ਹੋਣੀ ਚਾਹੀਦੀ। ਜਸਟਿਸ ਅਮਰ ਸ਼ਾਹ ਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਪਟੀਸ਼ਨਰ ਨਾਰਾਇਣ ਦੀ ਪਟੀਸ਼ਨ ਤੋਂ ਬਾਅਦ ਮੈਡੀਕਲ ਕਾਲਜ ਅਤੇ ਆਂਧਰਾ ਪ੍ਰਦੇਸ਼ ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਇਆ। ਇਹ ਰਕਮ ਹੈ ਜਿਹੜੀ 6 ਹਫ਼ਤਿਆਂ ਦੇ ਅੰਦਰ ਅਦਾਲਤ ਦੀ ਰਜਿਸਟਰੀ ਦੇ ਵਿੱਚ ਜਮ੍ਹਾਂ ਕਰਵਾਉਣੀ ਹੋਏਗੀ। ਗਿਆਨਵਾਪੀ ਮਸਜਿਦ ਦੇ ਨਾਲ ਜੁੜੀ ਹੋਈ ਖਬਰ ਹੈ। ਸ਼੍ਰੀ ਸ਼ਿੰਗਾਰ ਗੌਰੀ ਕੰਪਲੈਕਸ ਦੇ ਵਿੱਚ ਵੀਡੀਓਗ੍ਰਾਫੀ ਸਰਵੇਖਣ ਦੌਰਾਨ ਮਿਲੇ ਕਥਿਤ ਸ਼ਿਵਲਿੰਗ ਦੀ ਪੂਜਾ ਕਰਨ ਦੀ ਇਜਾਜ਼ਤ ਮੰਗਣ ਵਾਲੀ ਅਤੇ ਇਮਾਰਤ ਦੇ ਵਿੱਚ ਮੁਸਲਮਾਨਾਂ ਦੇ ਦਾਖਲੇ ਦੀ ਮਨਾਹੀ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਜਾਂ ਨਾ ਕਰਨ ਦਾ ਫੈਸਲਾ ਇਥੋਂ ਦੀ ਫਾਸਟ ਟਰੈਕ ਅਦਾਲਤ ਦੇ ਵਿੱਚ ਹੁਣ 14 ਨਵੰਬਰ ਨੂੰ ਸੁਣਾਏਗੀ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਸੀ ਪਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਛੁੱਟੀ ਹੋਣ ਕਰਕੇ ਇਸ ਨੂੰ 14 ਨਵੰਬਰ ਤੱਕ ਟਾਲ ਦਿੱਤਾ ਗਿਆ। ਹਿੰਦੂ ਸ਼ਬਦ ਤੇ ਵਿਵਾਦਿਤ ਬਿਆਨ ਦੇਣ ਵਾਲੇ ਕਰਨਾਟਕਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਤੀਸ਼ ਜਾਰੀ ਕਿਹੋਲੀ
ਬੋਲੀ ਹਾਲੇ ਵੀ ਆਪਣੇ ਬਿਆਨ ਤੇ ਕਾਇਮ ਨਹੀਂ। ਉਹਨਾਂ ਨੇ ਕਿਹਾ ਕਿ ਸਭ ਨੂੰ ਸਾਬਿਤ ਕਰਨ ਦਿਓ ਕਿ ਮੈਂ ਗਲਤ ਹਾਂ। ਜੇਕਰ ਮੈਂ ਗਲਤ ਹਾਂ ਤਾਂ ਮੈਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ। ਮੈਂ ਆਪਣੇ ਬਿਆਨ ਲਈ ਮਾਫੀ ਨਹੀਂ ਮੰਗਾਂਗਾ। ਦਰਅਸਲ ਸਤੀਸ਼ ਨੇ ਐਤਵਾਰ ਨੂੰ ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਵਿੱਚ ਬਿਆਨ ਦਿੱਤਾ ਸੀ। ਕਿਹਾ ਸੀ ਕਿ ਹਿੰਦੂ ਸ਼ਬਦ ਕਿੱਥੋਂ ਆਇਆ, ਕੀ ਇਹ ਸਾਡਾ ਹੈ? ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ ਕਿੱਥੇ ਹੈ? ਈਰਾਨ, ਇਰਾਕ, ਕਜ਼ਾਕਿਸਤਾਨ, ਉਜ਼ਬੇਕਿਸਤਾਨ। ਭਾਰਤ ਦਾ ਇਸ ਨਾਲ ਕੀ ਸੰਬੰਧ ਹੈ? ਫਿਰ ਤੁਸੀਂ ਹਿੰਦੂ ਕਿਵੇਂ ਬਣੇ? ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ। ਹਿੰਦੂ ਸ਼ਬਦ ਦਾ ਅਰਥ ਕਹਿੰਦੇ ਬਹੁਤ ਹੀ ਗੰਦਾ ਹੈ, ਗਲਤ ਹੈ। ਤੁਸੀਂ ਕਿਤੇ ਦਾ ਧਰਮ, ਕਿਸੇ ਦਾ ਸ਼ਬਦ ਲਿਆ ਕੇ ਸਾਨੂੰ ਮਜਬੂਰ ਕਰ ਰਹੇ ਹੋ। ਸੋ ਇੱਕ ਵੱਡਾ ਵਿਵਾਦਿਤ ਬਿਆਨ ਇਹਨਾਂ ਨੇ ਦਿੱਤਾ ਹੈ। ਇਸ ਤੇ ਚਰਚਾ ਜਿਹੜੀ ਉਹਨਾਂ ਨੇ ਛੇੜ ਦਿੱਤੀ ਹੈ। ਉਸ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਲੀਡਰ ਸਤੀਸ਼ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ। ਠਾਕੁਰ ਨੇ ਕਿਹਾ ਕਿ ਕਾਂਗਰਸ ਤੇ ਆਪ ਲੀਡਰਾਂ ਦੀ ਆਦਤ ਬਣ ਗਈ ਹੈ ਕਿ ਉਹ ਹਿੰਦੂਆਂ ਨੂੰ ਅਪਮਾਨਿਤ ਕਰਦੇ ਨੇ, ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਦੇ ਨੇ। ਉਹ ਸਿਰਫ ਚੋਣਾਂ ਸਮੇਂ ਹੀ ਦੇਵੀ ਦੇਵਤਿਆਂ ਨੂੰ ਯਾਦ ਕਰਦੇ ਨੇ, ਬਾਕੀ ਸਮਾਂ ਤਾਂ ਉਹ ਗਾਲਾਂ ਹੀ ਕੱਢਦੇ ਰਹਿੰਦੇ ਨੇ। ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿਦੰਬਰਮ ਨੇ ਬੀਜੇਪੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੁਜਰਾਤ ਦੇ ਮੋਰਬੀ ਦੇ ਵਿੱਚ ਵਾਪਰੇ ਪੁਲ ਹਾਦਸੇ ਤੋਂ ਬਾਅਦ ਨਾ ਤਾਂ ਸਰਕਾਰ ਨੇ ਕਿਸੇ ਵੀ ਪੱਖ ਤੋਂ ਮਾਫੀ ਮੰਗੀ ਹੈ, ਨਾ ਹੀ ਕਿਸੇ ਨੇ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦਿੱਤਾ। ਉਹਨਾਂ ਕਿਹਾ ਕਿ ਮੋਰਬੀ ਦੀ ਘਟਨਾ ਨੇ ਗੁਜਰਾਤ ਦਾ ਨਾਮ ਸ਼ਰਮਸਾਰ ਕਰ ਦਿੱਤਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਕਿਸੇ ਨੇ ਵੀ ਇਸ ਦੁਖਾਂਤ ਲਈ ਮਾਫੀ ਨਹੀਂ ਮੰਗੀ, ਕਿਸੇ ਨੇ ਵੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਨਹੀਂ ਦਿੱਤਾ। ਸੰਯੁਕਤ ਰਾਸ਼ਟਰ ਮਹਾਸਭਾ ਨੇ 18 ਨਵੰਬਰ ਦਾ ਦਿਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਸ਼ੋਸ਼ਣ ਖਿਲਾਫ ਆਵਾਜ਼ ਚੁੱਕਣ ਵਜੋਂ ਮਨਾਉਣ ਦਾ ਫੈਸਲਾ ਲਿਆ ਹੈ। ਪ੍ਰਸਤਾਵ ਨੂੰ ਅਮਰੀਕੀ ਮੁਲਕਾਂ ਸੇਰਾ ਲਿਓਨ ਅਤੇ ਨਾਈਜੀਰੀਆ ਵੱਲੋਂ ਅੱਗੇ ਰੱਖਿਆ ਗਿਆ ਸੀ ਤੇ 110 ਤੋਂ ਵੱਧ ਮੁਲਕਾਂ ਦੁਆਰਾ ਸਮਰਥਨ ਕੀਤਾ ਗਿਆ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਆਖਿਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਹੋਏ ਹਮਲੇ ਦੇ ਸਬੰਧ ਚ FIR ਦਰਜ ਕਰ ਲਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੂਬਾਈ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ 24 ਘੰਟਿਆਂ ਦੇ ਅੰਦਰ FIR ਦਰਜ ਕਰਨ ਦਾ ਹੁਕਮ ਦਿੱਤਾ ਸੀ। FIR ਦੇ ਵਿੱਚ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਨਵੀਦ ਮੁਹੰਮਦ ਬਸ਼ੀਰ ਦਾ ਨਾਮ ਮੁੱਖ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫੈਜ਼ਲ ਨਸੀਰ ਦੇ ਨਾਵਾਂ ਦਾ ਜ਼ਿਕਰ ਨਹੀਂ ਹੈ, ਜਿਨ੍ਹਾਂ ਤੇ ਇਮਰਾਨ ਖਾਨ ਨੇ ਦੋਸ਼ ਮੜਿਆ ਸੀ। ਉਹਨਾਂ ਨੇ ਆਪਣੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਹੈ ਜਿਹੜਾ ਇਹਨਾਂ ਤਿੰਨਾਂ ਤੇ ਲਾਇਆ ਸੀ। ਖਾਨ ਦੀ ਤਹਿਰੀਕ ਇਨਸਾਫ ਪਾਰਟੀ ਦੇ ਨੇਤਾ ਫਵਾਦ ਚੌਧਰੀ ਨੇ ਕਿਹਾ ਕਿ ਅਸੀਂ FIR ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵਾਂਗੇ। ਦੁਨੀਆ ਦੇ ਵਿੱਚ ਪਹਿਲੀ ਵਾਰੀ ਲੈਬ ਦੇ ਵਿੱਚ ਤਿਆਰ ਕੀਤਾ ਗਿਆ ਬਲੱਡ ਯਾਨੀ ਕਿ ਖੂਨ ਲੋਕਾਂ ਨੂੰ ਚੜਾਇਆ ਗਿਆ, ਇਨਸਾਨਾਂ ਨੂੰ ਚੜਾਇਆ ਗਿਆ। UK ਦੇ ਵਿੱਚ ਇੱਕ ਕਲੀਨਿਕਲ ਅਜਮਾਇਸ਼ ਦੇ ਤਹਿਤ ਪ੍ਰਯੋਗਸ਼ਾਲਾ ਵਿੱਚ ਬਣੇ ਹੋਏ ਖੂਨ ਨੂੰ ਲੋਕਾਂ ਨੂੰ ਚੜਾਇਆ ਗਿਆ। ਬ੍ਰਿਟਿਸ਼ ਖੋਜਕਰਤਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। BBC ਦੀ ਰਿਪੋਰਟ ਮੁਤਾਬਿਕ ਜ਼ਿਆਦਾਤਰ ਵਾਰੀ ਖੂਨ ਚੜਾਉਣਾ ਉਹਨਾਂ ਲੋਕਾਂ ਤੇ ਨਿਰਭਰ ਕਰਦਾ ਹੈ ਜੋ ਹਮੇਸ਼ਾ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਨੇ। ਇਹ ਉਹਨਾਂ ਲੋਕਾਂ ਦੇ ਲਈ ਜ਼ਰੂਰੀ ਹੈ ਜੋ ਸਕਿਨ ਸੈੱਲ ਐਨੀਮੀਆ ਵਰਗੀਆਂ ਸਥਿਤੀਆਂ ਦੇ ਲਈ ਨਿਯਮਿਤ ਖੂਨ ਚੜਾਉਣ ਤੇ ਨਿਰਭਰ ਕਰਦੇ ਨੇ। ਹਾਲ ਦੀ ਘੜੀ ਤਾਂ ਜਿਹੜੇ ਇਨਸਾਨਾਂ ਨੂੰ ਖੂਨ ਚੜਾਇਆ ਗਿਆ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਭਵਿੱਖ ਦੇ ਵਿੱਚ ਇਹਦੇ ਕੀ ਨਤੀਜੇ ਨਿਕਲਦੇ ਨੇ ਇਹ ਤਾਂ ਹੁਣ ਐਕਸਪੈਰੀਮੈਂਟ ਕਰਨ ਵਾਲਿਆਂ ਦੀ ਨਜ਼ਰ ਹੈ ਜਿਹੜੀ ਉਹਨਾਂ ਤੇ ਬਣੀ ਰਹੇਗੀ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।